श्री वाहिगुरु जी। सुखदारु सुख रोग पाया जा सुख तान न हुई तू करता करना मैं नहीं जाहू करीना हुई अवतार बनायो जी पुराने जागतार को अवतार बनायो जी पुराने जागतार को अवतार बनायो जी पुराने तुमरी भगत करन ते तिन की कार्य सवार दस करके आओ। श्री गुरु नानक देव महाराज जी के पावन पवित्र 552वें अवतार दिहाड़े ਨੂੰ ਮੁੱਖ ਰੱਖ ਕੇ ਸੰਗਤਾਂ ਹਾਜ਼ਰੀਆਂ ਪਾ ਰਹੀਆਂ ਨੇ। ਧੰਨ श्री गुरु नानक देव महाराज जी जग जलंधे ਦੀ ਸਾਰ ਲੈਂਦਿਆਂ जग जलंधे ਨੂੰ ਤਾਰਨ ਵਾਸਤੇ इस मातलोक की धरती ते शरीर धार के सतगुरु श्री गुरु नानक देव महाराज जी आए। जितने भी गुरु पीर भगत जन आए सारिया ने आके जग जलंधे की सार लई। जिहड़े दुखी जीव सी उन्हां दा भला कीता। उन्हां 15 भगतां दे विच श्रोमणी भगत होए ने भगत तरलोचन जी महाराज, ਜਿਹੜੇ बड़ी बंदगी करने वाले सिद्ध पुरुष सन। भगत तरलोचन जी जिन्हां दे घर दे विच साधु महापुरख आउंदे ने, बंदगी करने वाले साधु आउंदे ने। रोज कथा हुंदी है, कीर्तन हुंदा है। ते जदों भगत जी के घर दे विच कथा हुंदी है ते बहुत संगत आके सुनदियां। कईयां नूं कथा चंगी लगदी है ते कईयां नूं माड़ी लगदी है। अज दा युग भी यही है। कईयां नूं कथा कीर्तन चंगा लगदा है, कईयां नूं माड़ा लगदा है। कईयां नूं आ तुहाडा कठ चंगा लगदा है जिहड़ा अंम੍ਰਿਤ ਵੇਲੇ ਉੱਠ ਕੇ आउने हो, ते कईयां नूं माड़ा लगदा है। कहंदे आ तां उही तुरे फिरदे ने बिना मतलब तो ते कुछ बोलदे। मैं आवाज़ां सारियां ਦੀਆਂ सुणदा। जिवें पुराने समय विच एक रेडियो ਚੱਲਦਾ ਹੁੰਦਾ, रेडियो ਹੁਣ ਤਾਂ खत्म हो गया। ਸਾਡੇ ਬਜ਼ੁਰਗ ਉਹ रेडियो ਸੁਣਦੇ ਹੁੰਦੇ ਤੇ ਖਬਰਾਂ ਆਉਂਦੀਆਂ ਹੁੰਦੀਆਂ। ਤੇ मैं भी एक तरह का रेडियो भी हाँ, एक तरह का अखबार भी हाँ। मैं हर एक जी खबर सुनता हूँ सारे पासे भी किमें किमें संगत बोलती है। ते बड़ियां दा ख्याल है
ਇਹਨਾਂ ਨੇ ਏਡਾ ਵੱਡਾ ਕਿਉਂ ਵਧਾਤਾ? ਕਾਹਦੇ ਵਾਸਤੇ? ਗੁਰੂ ਵਾਸਤੇ, ਵੀ ਗੁਰੂ ਦੀ ਸੰਗਤ ਜੁੜੇ। ਪਰਸੋਂ ਹੀ ਸਾਡੇ ਘਰ ਗਏ ਸੀ, ਉੱਤੇ ਮਾਰਜ ਕਰੀ ਸੀ ਸਾਡੇ ਘਰ, ਭਾਈ ਚਰਨ ਪਾ ਦਿਓ ਅੰਦਰ ਜਾ ਕੇ ਸੰਗਤ ਸਾਰੀ। ਮਨ ਵਿੱਚ ਦੇਖੋ ਪਿਆਰ ਚਾਹ ਹੁੰਦਾ। ਆ ਭਾਈ ਸੋਨੂ ਸਿੰਘ ਦੇ ਮਨ ਵਿੱਚ ਪਿਆਰ ਸੀ ਵੀ ਸੰਗਤ ਸਾਰੀ ਅੰਦਰ ਆਵੇ। ਦੇਖੋ ਭਾਵੇਂ ਡਿੱਕਾ ਵੀ ਸੀ, ਦੇਖਿਆ ਤੁਸੀਂ, ਆਪਣੀਆਂ ਜੁੰਟਾਂ ਫਸ ਗਈਆਂ ਸੀ ਤਾਂ, ਪਰ ਫਿਰ ਵੀ ਮੈਂ ਕਿਹਾ ਵੀ ਕੁਛ ਮਰਜ਼ੀ ਹੋ ਜੇ ਕਿ ਅੰਦਰ ਲੈ ਚੱਲੋ ਗੱਡੀ ਆਪਣੀ। ਜਦੋਂ ਇਹਨਾਂ ਦੇ ਮਨ ਵਿੱਚ ਇੰਨਾ ਪ੍ਰੇਮ ਹੈ, ਜੇ ਆਪਾਂ ਕਹਿੰਦੇ ਅਸੀਂ ਤਾਂ ਬਾਹਰ ਖੜ ਕੇ ਇੱਥੇ ਕੀਰਤਨ ਕਰ ਲਾਂਗੇ, ਸੰਗਤ ਅੰਦਰ ਬਹਿ ਜੂਗੀ, ਫਿਰ ਉਹਨਾਂ ਦੇ ਮਨ ਤੇ ਸੱਟ ਵੱਜਦੀ। ਹਾਂ ਜੀ, ਭਗਤ ਤਰਲੋਚਨ ਜੀ ਦੇ ਘਰ ਆਉਂਦੇ ਨੇ ਤੇ ਕੀਰਤਨ ਸੁਣਨ ਬਾਰੇ, ਕਥਾ ਸੁਣਨ ਵਾਲੇ ਵੀ ਆਉਂਦੇ ਨੇ ਬਹੁਤ। ਭਗਤ ਤਰਲੋਚਨ ਜੀ ਦੇ ਘਰ ਵਾਲੀ ਬੀਬੀ ਹੈ ਥੋੜੀ ਜੀ, ਉਹ ਜਿਹੜੀ ਉਹ ਭਾਰੀ ਹੈ, ਉਹ ਤੋਂ ਕੰਮ ਨਹੀਂ ਹੁੰਦਾ, ਬੋਝਲ ਸਰੀਰ ਹੈ ਕਹਿਣ ਤੋਂ ਭਾਵ। ਉਹਨੇ ਇੱਕ ਦਿਨ ਕਿਹਾ ਆਪਣੇ ਘਰ ਵਾਲੇ ਭਗਤ ਤਰਲੋਚਨ ਜੀ ਨੂੰ, ਕਹਿੰਦੇ ਆਓ ਕਰੋ ਕੋਈ ਨੌਕਰ ਲਿਆਓ, ਜਿਹੜਾ ਨੌਕਰ ਆ ਕੇ ਆਪਣੇ ਘਰ ਦਾ ਕੰਮ ਧੰਦਾ ਵੀ ਕਰੇ, ਆਏ ਗਏ ਸਾਧੂਆਂ ਦੀ ਸੇਵਾ ਵੀ ਕਰੇ। ਸਾਧੂਆਂ ਨੂੰ ਨਹੀਂ ਰੋਕਣਾ, ਸੰਗਤਾਂ ਨੂੰ ਨਹੀਂ ਰੋਕਣਾ ਵੀ ਤੁਸੀਂ ਸਾਡੇ ਘਰ ਨਾ ਆਓ। ਸੰਗਤ ਵੱਧ ਤੋਂ ਵੱਧ ਆਵੇ, ਤੁਸੀਂ ਕੰਮ ਕਰਨ ਵਾਸਤੇ ਹੀ ਕੋਈ ਬੰਦਾ ਰੱਖ ਲਓ। ਦੇਖੋ ਮਨ ਵਿੱਚ ਪ੍ਰੇਮ ਦੀ ਗੱਲ ਹੈ। ਤੇ ਪਿਛਲੀ ਵਾਰੀ ਸਾਨੂੰ ਮਾਤਾ ਇੱਥੇ ਆਈ ਆ, ਉਹ ਭਾਈ ਮਹਿੰਦਰ ਸਿੰਘ ਭੈਣੀ ਵਾਲਿਆਂ ਦੇ ਘਰੋਂ, ਉਦੋਂ 8 ਪ੍ਰਭਾਤ ਫੇਰੀਆਂ ਸੀ ਪਿਛਲੀ ਵਾਰ ਜਿਹੜੀਆਂ ਸੀ ਆਪਣੀ। ਉਹ ਕਹਿੰਦੇ ਫਿਰ ਬਹੁਤ ਸੰਗਤਾਂ ਨੇ ਕਿਹਾ ਬਾਬਾ ਜਦੋਂ ਆਨੰਦ ਜਾਣ ਲੱਗਿਆ ਉਦੋਂ ਤੂੰ ਬੰਦ ਕਰਤੀ, ਤੇ ਐਤਕੀ ਕਿਸੇ ਨੇ ਕਿਹਾ ਨਹੀਂ ਥੱਕ ਗਏ, ਬੋਲੋ ਸਤਿਨਾਮ। ਐਤਕੀ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਥੱਕ ਗਏ ਸਾਰੇ। ਉਹ ਕਿਹਾ ਵੀ ਕਿਹੜਾ ਰੋਜ਼ ਉੱਠ ਕੇ ਜਾਵੇ ਤੜਕੇ, ਉਹ ਤਾਂ ਵਿਹਲੇ ਨੇ, ਦਿਨੇ ਹੋਰ ਕੰਮ ਧੰਦਾ ਵੀ ਹੁੰਦਾ ਹੈ, ਤੇ ਬਾਬੇ ਤਾਂ ਦਿਨੇ ਵਿਹਲੇ ਨੇ। ਨਹੀਂ, ਐਤਕੀ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਬਾਬਾ ਐਤਕੀ ਜਿਹੜਾ ਜਿਹਾ ਹੋਰ ਥੋੜਾ ਜਿਹਾ ਵਧਾ ਦਿੰਦਾ। ਫਿਰ ਮੈਂ ਅਨੁਮਾਨ ਲਾ ਲਿਆ ਵੀ ਸੰਗਤ ਤੱਕ ਗਈ ਜਿਹੜੀ ਹੈ ਹੁਣ, ਵੀ ਸ਼ਾਇਦ ਇਹਨਾਂ ਦੇ ਮਨ ਵਿੱਚ ਇਹ ਹੋਊਗਾ ਵੀ ਹੁਣ ਜਿਹੜਾ ਇਹ ਬੰਦ ਕਰ ਦਈਏ, ਪਰ ਨਹੀਂ, ਇਹ ਗੁਰਬਾਣੀ ਦਾ ਕਥਾ ਕੀਰਤਨ ਤਾਂ ਫਿਰ ਇੱਥੇ ਚੱਲਦਾ ਰਹੂਗਾ। ਚਲੋ ਗੁਰੂ ਘਰ ਦੇ ਅੱਗੇ ਸਾਹਿਬਜ਼ਾਦਿਆਂ ਦੀਆਂ ਯਾਦਾਂ ਆਉਂਦੀਆਂ ਨੇ। ਹਾਂ ਜੀ, ਮੈਂ ਅੱਜ ਕਰ ਰਿਹਾ ਸੀ, ਸੁਣਿਓ ਧਿਆਨ ਨਾਲ। ਇੱਥੇ ਸਮਾਂ ਹੈ ਆਪਣੇ ਕੋਲ, ਅੱਜ ਇੱਥੇ ਸਮਾਪਤੀ ਕਰਾਂਗੇ ਅਰਦਾਸ ਸਮਾਪਤੀ ਦੀ, ਇੱਥੇ ਜਲ ਪਾਣੀ ਛਕ ਕੇ ਇੱਥੇ ਕੜਾਹ ਪ੍ਰਸ਼ਾਦੀ ਦੇ ਵਰਤਾਵਾਂਗੇ ਅੱਜ ਸੰਗਤ ਨੂੰ ਸਾਰੀ ਨੂੰ। ਹੁਣ ਭਗਤ ਤਰਲੋਚਨ ਜੀ ਮਹਾਰਾਜ ਜਦੋਂ ਕਹਿੰਦੇ ਮਨ ਵਿੱਚ ਆਇਆ ਉਹਨਾਂ ਦੇ ਵੀ ਕੋਈ ਨੌਕਰ ਲਿਆਈਏ ਭਾਲ ਕੇ, ਪਰਮਾਤਮਾ ਨੇ ਕਿਹਾ ਮੇਰੇ ਭਗਤਾਂ ਦਾ ਕੰਮ ਹੈ, ਆ ਤੁਹਾਡਾ ਕੰਮ ਨਹੀਂ ਜਿਹੜਾ ਤੁਸੀਂ ਸੰਗਤ ਨੂੰ ਚਾਹ ਛਕਾਉਂਦੇ ਹੋ। ਜੇ ਤੁਹਾਡੇ ਮਨ ਵਿੱਚ ਹੋਵੇ ਨਾ ਵੀ ਅਸੀਂ ਚਾਹ ਛਕਾ ਦਾਂਗੇ, ਲੈ ਪਰਸੋਂ ਨੂੰ ਛਕਾ ਕੇ ਦਿਖਾਏ, ਤੁਸੀਂ ਇੰਨੀ ਸੰਗਤ ਨੂੰ ਬਿਠਾਓ ਪਰਸੋਂ ਨੂੰ। ਅੱਜ ਕੌਣ ਵੱਸਦਾ ਹੈ? ਗੁਰੂ ਵੱਸਦਾ ਹੈ ਵਿੱਚ। ਗੁਰੂ ਨੇ ਬਸ ਕੇ ਤਾਂ ਤੁਹਾਡੇ ਉੱਤੇ ਕਿਸੇ ਨੇ 100 ਰੁਪਇਆ, ਕਿਸੇ ਨੇ 500, ਕਿਸੇ ਨੇ ਕਿੰਨਾ ਪਾਇਆ, ਮਨ ਵਿੱਚ ਆਇਆ ਨਹੀਂ ਤਾਂ ਦੇਖੋ ਅੱਧਾ ਕਿਲੋਮੀਟਰ ਤਾਂ ਹੈ ਨਹੀਂ ਸਾਹਮਣੇ, ਬਸ ਅਗਲੀ ਗਲੀ ਦੇ ਵਿੱਚ ਸੋਨੂ ਦਾ ਘਰ ਆ ਗਿਆ, ਉੱਥੋਂ ਸਾਰੇ ਜਲ ਪਾਣੀ ਛਕ ਕੇ ਆਏ। ਪਾਰੇ ਮਨ ਵਿੱਚ ਹੈ ਕੀ ਵਿੱਚ ਸੰਗਤਾਂ ਦੇ ਵਸਦਾ ਯਾਰ ਜੀ ਮੇਰਾ ਪਿਆਰਾ ਮੇਰਾ, ਵਿੱਚ ਸੰਗਤਾਂ ਦੇ ਵਸਦਾ ਯਾਰ ਜੀ ਮੇਰਾ ਪਿਆਰਾ ਮੇਰਾ। ਪਰਮਾਤਮਾ ਆ ਗਿਆ, ਆਉਂਦਾ ਤੁਰਿਆ ਬਾਜ਼ਾਰ ਦੇ ਵਿੱਚ ਦੀ ਤਰਲੋਚਨ ਭਗਤ ਜੀ ਨੂੰ ਆ ਕੇ ਮੱਥਾ ਟੇਕ ਦਿੱਤਾ। ਭਗਤ ਤਰਲੋਚਨ ਜੀ ਨੂੰ ਪੁੱਛਦੇ ਨੇ ਤੁਸੀਂ ਕੌਣ ਹੋ? ਭਗਤੋਂ? ਕਹਿੰਦੇ ਹਾਂ। ਕਿਵੇਂ ਆਏ ਹੋ? ਕਹਿੰਦੇ ਸਾਨੂੰ ਨੌਕਰ ਦੀ ਲੋੜ ਹੈ।
परमात्मा ने कहा मैनू नौकर रख लो, कृपा कर दो। नाले देख के भगत तरलोचन जी नू परमात्मा ने पता उच्ची देने की आख्या, कोई नौकर रख लो जी, हरि ने ऊंची ऊंची होकर भगत तरलोचन जी अगे अगे तुर पे, पिछे पिछे भगवान तुर पिया ते जांदे जांदे गल्लां करदे जांदे। भगत तरलोचन जी ने कहा बई तेरी उम्र भी नौजवान है, तू काम भी वधिया करेगा, चंगा है दस तू पैसे किन्ने लेंगा। भगत तरलोचन जी नूं कहण लगे भगतां तो किते पैसे लईदे हुंदे ने, मैं तां तुहाडे घर दी सेवा करन वास्ते आया, मेरियां दो शर्तां ने। भगवान ने कहा मेरिया दो शर्तां ने। किहड़ियां किहड़ियां? पहली तो मेरी ये शर्त है भी मैनू 2 टाइम का भोजन दे दिओ बस। कहते भी ठीक है। दूजा मैनू जदों मेरे कपड़े पाट के वस्त्र पाट के मैनू वो दे दिओ, कहते वो भी ठीक है। ते तीसरी गल किहड़ी है? कहते मेरी किते निंदिया ना करे। बोलो सतनाम। निंदिया करने वाले का पता की हुंदा है? अणहोण दा भार निंदक सिर धरै। कहते लोग निंदिया कर मगर पिछले पासे हो के इधर इधर माड़ा चंगा बोली जाते ने, पर सच्चे पातशाह पर महाराज जी की कहते हैं? कहते बहुत बड़ा एक वो खजाना इकट्ठा कर लेंदा है। जिवें भगत कबीर जी महाराज ने कहा, किसी ने आके भगत जी कहते ओ परले पासे ना महल्ले के 10 बंदे तुहाडी निंदिया करी जाते हैं, कहते तुहानूं बहुत माड़ा कहते हैं। भगत कबीर जी ने कसवा दी मुट्ठी भर ली। 4 होर आगे भाई प्रेम सिंह वर्गे वो कहने लगे कोई गल नहीं बाबा फिक्र ना कर, जे उधरले पासे तेरी 10 बंदे निंदिया करते ना तो असीं एजेंसी किन्नों आया उत्थे तेनों 10 बंदे चंगा भी कही जाते हैं। बोलो सतनाम। कहने भगत कबीर जी ने दूजी मुट्ठी सवाह दी भर ली। पूछया भगत जी की करोगे? कहते आ निंदिया करने वालियां दे सिर विच, आ उस्तत करने वालियां दे सिर विच। बोलो सतनाम। कहने मैनूं तां इन्हां गल्लां दा दोनां दा डर ही नहीं है। निंदा भली किसे की नाही, मनमुख मुगत करन मोह काले तिन निंदका नर के घोर पवन। कहते कोई काला मुंह कराना चाहता नहीं ना, कोई नहीं कराना चाहता। कह जिवे कोई दो सी कमली सी बेचारा घर दे विच रहण वाला, फुकड़ पकड़ चंगा खांदा सी, गोलियां गूलियां खांदा सी वधिया। ओहदे घर वाली रोज जाया करे अंमृत वेले उठ के। वो कहंदी तू भी चलिया कर किते गुरुद्वारे, संगत हुंदी है उत्थे वधिया, बड़ा रंग चढ़दा है। वो कहन लग्या मैथों तां जाया नहीं जाता, मैं नहीं जा सकता गुरुद्वारे। कहंदी नहीं चल तू भी चल। फिर की होगा? कहंदी जेड़ा तेरा काला मुंह है ना चंगा चिट्टा हो जाऊगा, तेनू नूर चढ़ जाऊगा नूर। वो कहन लगी चलो ठीक है ना, चंगा चलो की करना पऊगा? पहले तो अंमृत वेले नहाउणा पऊगा ना, फिर नहीं हो जाता। बोलो सतनाम। ਹੁਣ ਬਹੁਤੇ ਮੈਨੂੰ ਐਂ ਕਹਿੰਦੇ ਬਾਬਾ ਤੜਕੇ ਨਹਾਉਣਾ ਔਖਾ ਯਾਰ, ਤਾਂ ਨਹੀਂ ਅਸੀਂ ਆਉਂਦੇ। ਪ੍ਰਭਾਤ ਤੇਰੀ ਚਤਾ ਤਾਂ ਜਾਈਏ, ਅਸੀਂ ਨਹਾਉਂਦੇ ਨਹੀਂ ਤੜਕੇ, ਨਹਾਤਾ ਨਹੀਂ ਜਾਂਦਾ। ਕਹਿੰਦੇ ਅਸੀਂ ਤਾਂ ਨਹੀਂ ਆਉਂਦੇ। ਉਹ ਮੈਂ ਕਿਹਾ ਚੱਲ ਮੂੰਹ ਧੋ ਕੇ ਆ ਜਾ, ਕੋਈ ਗੁਰੂ ਨਾਨਕ ਤੁਹਾਨੂੰ ਕੁਝ ਨਹੀਂ ਕਹਿੰਦਾ। ਬੋਲੋ ਸਤਿਨਾਮ। ਕਿਸੇ ਨੂੰ ਕੁਝ ਨਹੀਂ ਕਹਿੰਦਾ ਲੈ, ਪਰ ਇਹ ਸਾਡੇ ਮਨ ਦਾ ਭੁਲੇਖਾ। ਮਨ ਹਰਾਮੀ ਕੁਝ ਤੁਹਾਡੇ ਨਾ ਆਉਣ ਦਾ ਬਹਾਨਾ ਹੈ। ਇਹ ਆਇਆ ਨਹੀਂ ਜਾਂਦਾ, ਜਿਹੜਾ ਨਹਾਤਾ ਨਹੀਂ ਜਾਂਦਾ, ਇਹ ਇੱਕ ਬਹਾਨਾ ਹੈ। चलो जी वो कहती भी तू चल, कहना चलो वग चल जाए। एक दिन बेचारी नाल लेगी, नाल ले जाके अगले दिन वो कहने लगी कल नूं फिर चली। कहना चंगा कल नूं फिर चलो। वो कहने लगी जदों उत्थे जाने ना संगत दे विच बई बड़ा वधिया रंग चढ़दा उत्थे परमात्मा दे नाम दा। वो कहने लगा चंगा। तड़के उठिया बेचारा अमृत वेले उठ के चुल्हे दे कोल ही रह गया। आही सियाल दे दिन चलदे सी। जदों चुल्हे के कोले बैठ गया, वो कहती भी नहाला गर्म पानी पाया पिया, चल कहना हुण सर गया बस। किते चुल्हे के कोले तवा मूधा वज्जिया पिया सी।
ਉਹ ਚਾਹ ਪੀ ਕੇ ਵਿਚਾਰਾ ਨਾ ਉਹ ਕਹਿੰਦੀ ਹੱਥ ਧੋ ਲਾ, ਕਹਿੰਦਾ ਬਸ ਹੁਣ ਆਏ ਮਲ ਕੇ ਹੀ ਧੋ ਲੈਣਾ। ਉਹਨੇ ਥੱਲੇ ਮਲੇ ਹੱਥ, ਉਹ ਤਵੇ ਤੇ ਮਲੇ ਗਏ, ਕੁਦਰਤੀ ਹੱਥ ਕਾਲੇ ਹੋ ਗਏ ਉਹਦੇ। ਜਦੋਂ ਹੱਥ ਕਾਲੇ ਹੋ ਗਏ ਉਹਨੇ ਭਾਈ ਇਸ ਤਰ੍ਹਾਂ ਮੂੰਹ ਤੇ ਹੱਥ ਫੇਰ ਲਿਆ, ਕਾਲਾ ਹੋ ਗਿਆ। ਮਾੜਾ ਜਿਹਾ ਦਿਨ ਚੜਿਆ, ਘਰ ਵਾਲੀ ਨੂੰ ਆਵਾਜ਼ਾਂ ਮਾਰਦਾ ਆਈ ਭੱਜ ਕੇ, ਕੱਲ ਮੈਂ ਗਿਆ ਸੀ ਸੰਗਤ ਵਿੱਚ, ਦੇਖੀ ਕਿੰਨਾ ਕੁ ਨੂਰ ਹੈ। ਉਹਦੇ ਘਰ ਵਾਲੀ ਕਹਿੰਦੀ ਜੇ ਤਾਂ ਨੂਰ ਹੈਗਾ ਕਾਲੇ ਰੰਗ ਦਾ ਫੇਰ ਤਾਂ ਆ ਗਿਆ ਟੋਕਰਿਆਂ ਦੇ ਟੋਕਰੇ ਭਰ ਕੇ, ਜੇ ਕਿਸੇ ਹੋਰ ਰੰਗ ਦਾ ਪਹਿਲਾਂ ਵਾਲਾ ਵੀ ਗਿਆ, ਬੋਲੋ ਸਤਿਨਾਮ। ਉਹ ਕਹਿੰਦਾ ਫਿਰ ਤਾਂ ਪਹਿਲਾਂ ਵਾਲਾ ਵੀ ਨੂਰ ਗਿਆ, ਜੇ ਤਾਂ ਕਿਸੇ ਹੋਰ ਰੰਗ ਦਾ। ਇਸ ਕਰਕੇ ਸੰਗਤ ਵਿੱਚ ਆਉਣ ਦੇ ਨਾਲ ਜੀਵਨ ਬਦਲਿਆ ਜਾਂਦਾ। ਹੁਣ ਭਗਤ ਜੀ ਦੇ ਘਰ ਦੇ ਵਿੱਚ ਜਾ ਕੇ ਚਲੋ ਨੌਕਰੀ ਕਰ ਲਈ ਉਹਨੇ, ਭਗਵਾਨ ਨੇ ਨੌਕਰੀ ਕਰ ਲਈ, ਕੰਮ ਭੱਜ ਭੱਜ ਕੇ ਕਰਦਾ ਹੈ। ਤੇ ਸੇਵਾ ਕਿਵੇਂ ਕਰਦਾ ਸੀ? ਉਹ ਸੇਵਾ ਕਰਦਾ ਸੀ ਪਹਿਲੂਆ ਬਣ ਕੇ। ਭਗਤਾਂ ਦੀ ਬੜੀ ਸੇਵਾ ਕਰਦਾ, ਪਿਆਰ ਦੇ ਵਿੱਚ ਆ ਕੇ। ਕਹਿੰਦੇ ਇੱਕ ਦਿਨ ਮਾਤਾ ਜੀ ਇੱਕ ਰੋਟੀ ਦੇ ਦਿੰਦੀ ਹੈ ਤਾਂ ਇੱਕ ਛਕ ਲੈਂਦੇ, ਜੇ ਦੋ ਦਿੰਦੇ ਤਾਂ ਦੋ ਛਕ ਲੈਂਦੇ। ਕਿਤੇ ਮੰਗਿਆ ਨਹੀਂ ਉਹਨਾਂ ਨੇ ਅੱਗੇ। ਮਾਤਾ ਇੱਕ ਦਿਨ ਕਹਿਣ ਲੱਗੀ, ਕਹਿੰਦੀ ਭਗਤ ਜਿਹੜਾ ਨਾ ਸਾਡਾ ਨੌਕਰ ਹੈ ਭੁੱਖਾ ਰਹਿੰਦਾ ਹੋਊਗਾ। ਮਾਤਾ ਨੇ ਪਰਾਤ ਭਰ ਕੇ ਆਟੇ ਦੀ ਗੁੰਨ ਲਈ, ਕਹਿੰਦੀ ਅੰਤਰਜਾਮੀ ਆ ਜਾ, ਅੱਜ ਮੇਰੇ ਕੋਲੇ ਬਹਿ ਕੇ ਰੋਟੀ ਖਾ। ਉਹ ਖਾਣ ਲੱਗ ਗਿਆ ਰੋਟੀ ਬੈਠ ਕੇ। ਮਾਂ ਇੱਕ ਰੋਟੀ ਬਣਾਉਂਦੀ ਹੈ, ਉਹਦੀ ਥਾਲੀ ਵਿੱਚ ਰੱਖ ਦਿੰਦੀ ਹੈ, ਉਹ ਖਾ ਲੈਂਦਾ। ਦੂਜੀ, ਤੀਜੀ, ਚੌਥੀ, ਸਾਰੀ ਦੀ ਸਾਰੀ ਪਰਾਂਠ ਖਾ ਗਿਆ। ਬੋਲੋ ਸਤਨਾਮ। ਮਾਤਾ ਕੁਝ ਬੋਲੀ ਤਾਂ ਹੈ ਨਹੀਂ। ਉਹ ਕਹਿਣ ਲੱਗੀ ਰੋਟੀ ਤਾਂ ਮੇਰੇ ਜੋਗੇ ਵੀ ਬਚੀ। ਉਹਨੇ ਪਰਾਤ ਬੁੱਧੀ ਮਾਰੀ ਤੇ ਗੁਆਂਢੀਆਂ ਦੇ ਘਰ ਚਲੀ ਗਈ। ਨਿੰਦਾ ਪਲੀ ਕਿਸੇ ਕੀ ਨਾ। ਗੁਆਂਢੀਆਂ ਦੇ ਘਰ ਜਾ ਕੇ, ਚਲੋ ਗੱਲ ਤਾਂ ਕਿਸੇ ਲੋਟ ਤੋਰਨੀ ਹੁੰਦੀ ਹੈ, ਜਾ ਕੇ ਕਹਿਣ ਲੱਗੀ ਭੈਣੇ ਕੀ ਦੱਸਾਂ। ਹੁਣ ਜਿਹੜੇ ਕੰਨ ਰਸ ਵਾਲੇ ਹੁੰਦੇ ਨੇ ਉਹ ਕਹਿੰਦੇ ਹੈ ਦੱਸੀ ਛੇਤੀ ਕੀ ਹੋ ਗਿਆ, ਇਹ ਜਿਹੀ ਗੱਲ ਹੈ ਨਾ। ਜੇ ਆਪਾਂ ਬਾਣੀ ਦੀ ਗੱਲ ਕਰੀਏ ਉਹ ਕਹਿਣਗੇ ਬਾਸੀਆਂ ਆਉਂਦੀਆਂ ਨੇ, ਇਹ ਤਾਂ ਤੜਕੇ ਤੜਕੀ ਚੰਗੀ ਲੱਗਦੀ ਹੈ ਬਾਣੀ। ਜੇ ਕਿਤੇ ਇਹੋ ਜਿਹੀ ਗੱਲ ਕਰ ਦੋ ਨਾ ਵੀ ਉਹ ਫਲਾਣਾ ਬੰਦਾ ਬੜਾ ਮਾੜਾ, ਛੇਤੀ ਛੇਤੀ ਦੱਸੀ ਕਰਾਂ ਮਾੜਾ ਜਿਹਾ, ਫੇਰ ਦੱਸੀ ਕੀ ਹੋ ਗਿਆ। ਉਹ ਕਹਿਣ ਲੱਗੀ ਦੂਜੀ ਭੈਣ ਸੀ, ਕਹਿੰਦੀ ਦੱਸੀ ਕੀ ਹੋ ਗਿਆ। ਕਹਿੰਦੀ ਦੱਸਾਂ ਕੀ, ਸਾਡੇ ਘਰ ਜਿਹੜਾ ਨੌਕਰ ਆਇਆ ਪਤਾ ਨਹੀਂ ਕੀ ਬਲਾ ਹੈ। ਕਹਿੰਦੀ ਕਿਉਂ? ਕਹਿੰਦੀ ਇੱਕ ਪਰਾਂਤ ਪੂਰੀ ਭਰ ਕੇ ਆਟੇ ਦੀ ਗੁੰਨੀ ਸੀ, ਸਾਰੀ ਦੀ ਸਾਰੀ ਖਾ ਗਿਆ। ਬੋਲੋ ਸਤਨਾਮ। ਸਾਰੀ ਪਰਾਂਤ ਖਾ ਗਿਆ। ਭਗਵਾਨ ਜੀ ਨੰਤਰ ਹੋ ਗਏ ਉੱਥੋਂ, ਘਰ ਵਿੱਚੋਂ ਭੱਜ ਗਏ। ਸ਼ਾਮ ਦਾ ਵਕਤ ਹੋਇਆ, ਹੌਲੀ ਹੌਲੀ ਆ ਕੇ ਘਰ ਵਿੱਚ ਬੈਠੀ, ਆਵਾਜ਼ ਮਾਰੀ ਅੰਤਰਜਾਮੀ, ਨਾ ਬੋਲੇ। ਫਿਰ ਆਵਾਜ਼ ਮਾਰੀ ਅੰਤਰਜਾਮੀ, ਫਿਰ ਨਾ ਬੋਲੇ। ਇਹਨੇ ਨੂੰ ਭਗਤ ਤਰਲੋਚਨ ਜੀ ਆ ਕੇ ਪੁੱਛਿਆ, ਕਹਿੰਦੇ ਅੰਤਰਜਾਮੀ ਕਿੱਥੇ ਹੈ? ਕਹਿੰਦੇ ਮੈਂ ਤਾਂ ਬੜੀਆਂ ਆਵਾਜ਼ਾਂ ਮਾਰੀਆਂ, ਮੇਰੀ ਆਵਾਜ਼ ਹੀ ਨਹੀਂ ਸੁਣੀ। ਕਹਿੰਦੇ ਕਿਤੇ ਨਿੰਦਿਆ ਤਾਂ ਨਹੀਂ ਕਰਤੀ? ਕਹਿੰਦੇ ਨਿੰਦਿਆ ਤਾਂ ਮੈਂ ਕਾਹਨੂੰ ਕਰੀ ਹੈ, ਅੱਜ ਇੱਕ ਪਰਾਂਤ ਆਟੇ ਦੀ ਭਰ ਕੇ ਗੁੰਨੀ ਸੀ, ਸਾਰੀ ਦੀ ਸਾਰੀ ਖਾ ਗਿਆ। ਮੈਂ ਤਾਂ ਇੰਨਾ ਕੀ ਗੱਲ ਕਹੀ ਸੀ ਗੁਆਂਢੀਆਂ ਦੇ ਜਾ ਕੇ। ਕਹਿੰਦੇ ਬਸ ਫਿਰ ਉਹ ਤਾਂ ਤੂੰ ਉਹਨਾਂ ਦੀ ਨਿੰਦਿਆ ਕਰ ਦਿੱਤੀ। ਉਹ ਤਾਂ ਜਿਹੜਾ ਨਾ ਹੁਣ ਪਰਮਾਤਮਾ ਦੇ ਘਰ ਦੇ ਵਿੱਚੋਂ ਆਏ ਸੀ, ਆਪ ਬਖਸ਼ੇ ਹੋਏ, ਖੁਦ ਖੁਦਾ ਆਏ ਸੀ ਚੱਲ ਕੇ। ਤੇ ਸਤਿਗੁਰੂ ਜੀ ਕਹਿਣ ਲੱਗੇ ਬੜੇ ਪਿਆਰ ਵਿੱਚ, ਭਗਤ ਤਰਲੋਚਨ ਜੀ ਕਹਿੰਦੇ ਕਾਏ ਨਿੰਦਕ ਭੂਲੀ ਗਵਾਰੀ। ਕਹਿੰਦੇ ਤੂੰ ਤਾਂ ਨਰਾਇਣ ਦੀ, ਪਰਮਾਤਮਾ ਦੀ, ਅਕਾਲ ਪੁਰਖ ਦੀ ਨਿੰਦਿਆ ਕਰਦੀ। ਬੰਦੇ ਦੀ ਕਰਦੇ ਹੋ ਕੋਈ ਵੱਡੀ ਗੱਲ ਨਹੀਂ, ਪਰ ਅਕਾਲ ਪੁਰਖ ਵਾਹਿਗੁਰੂ ਦੀ ਨਿੰਦਿਆ ਕਰਨੀ ਤਾਂ ਸਭ ਤੋਂ ਮਾੜੀ ਹੈ। ਉਹਦੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਨੀ ਉਹ ਤੋਂ ਵੀ ਮਾੜੀ ਹੈ। ਕਿਸੇ ਦੇ ਪੁੱਤ ਨੂੰ ਤੁਸੀਂ ਮਾੜਾ ਕਹੋ, ਭਾਵੇਂ ਉਹ ਹੋਵੇ ਮਾੜਾ ਭਾਵੇਂ ਨਾ ਹੋਵੇ, ਚਲੋ ਮੈਂ ਦੋਨੇ ਗੱਲਾਂ ਰੱਖ ਦਿੰਦਾ। ਭਾਵੇਂ ਮਾੜਾ ਹੋਵੇ
ਭਾਵੇਂ ਨਾ ਹੋਵੇ, ਪਰ ਮਾਂ ਕਦੇ ਨਹੀਂ ਕਹੂਗੀ ਮੇਰਾ ਪੁੱਤ ਮਾੜਾ ਹੈ, ਉਹ ਕਹੂਗੀ ਮੇਰਾ ਪੁੱਤ ਤਾਂ ਹੀਰੇ ਵਰਗਾ ਹੈ। ਬੋਲੋ ਸਤਨਾਮ। ਤੇ ਪਰਮਾਤਮਾ ਦੇ ਪਿਆਰਿਆਂ ਨੂੰ ਕੀ ਕਹਿੰਦਾ ਹੈ? ਅਕਾਲ ਪੁਰਖ ਵੀ ਕਹਿੰਦਾ ਮੇਰੇ ਜਿਹੜੇ ਭਗਤ ਨੇ, ਪਿਆਰੇ ਨੇ, ਉਹ ਬੜੇ ਮੈਨੂੰ ਪਿਆਰੇ ਲੱਗਦੇ ਨੇ। ਕਿੰਨੇ ਕੁ? ਉਹ ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਉਹ ਮਾਮਾ ਨੂੰ ਪੁੱਤਰ ਤੇ ਰੱਬ ਦੇ ਪਿਆਰਿਆਂ ਨੂੰ ਭਗਤ ਪਿਆਰੇ ਲੱਗਦੇ ਨੇ। ਕਿਹੜੇ? ਜਿਹੜੇ ਅੰਮ੍ਰਿਤ ਵੇਲੇ ਹੁਣ ਠੰਡ ਦੇ ਵਿੱਚ ਬੈਠ ਕੇ ਬਾਣੀ ਪੜ੍ਹਦੇ ਨੇ। ਗੁਰੂ ਨਾਨਕ ਕਿੰਨਾ ਕੁ ਖੁਸ਼ ਹੁੰਦਾ ਹੋਊਗਾ ਬਈ ਮੇਰਾ ਪਰਿਵਾਰ ਦੇਖੋ ਕਿਵੇਂ ਇਕੱਠੇ ਹੋਏ ਬੈਠੇ ਨੇ, ਇਕੱਠੇ ਹੋ ਕੇ ਬੈਠ ਕੇ ਬਾਣੀ ਪੜ੍ਹਦੇ ਨੇ। ਆਪਾਂ ਗੁਰੂ ਨਾਨਕ ਦਾ ਗੁਣ ਗਾਇਨ ਕਰਦੇ ਨੇ। ਗੁਰੂ ਨਾਨਕ ਸਾਡੇ ਕਾਰਜ ਜ਼ਰੂਰ ਸਵਾਰੂਗਾ। ਲਾਇਕ ਪੁੱਤਰ ਬਣ ਕੇ ਵਿਖਾਈਏ, ਨਲਾਇਕ ਪੁੱਤਰ ਨਾ ਬਣੀਏ। ਗੁਰੂ ਨਾਨਕ ਦੇ ਜਿਹੜੇ ਲਾਇਕ ਪੁੱਤਰ ਨੇ ਉਹ ਅੰਮ੍ਰਿਤ ਵੇਲੇ ਦੇਖਦੇ ਨੇ ਕਦੋਂ 4 ਵਜਣ, ਕਦੋਂ ਅਸੀਂ ਗੁਰਦੁਆਰੇ ਪਹੁੰਚੀ, ਉਹਨਾਂ ਨੂੰ ਲਾਇਕ ਪੁੱਤਰ ਆਖਦੇ ਨੇ। ਇੱਕ ਨਲਾਇਕ ਹੁੰਦੇ ਨੇ। ਇੱਕੋ ਸੰਤ ਰਾੜੇ ਵਾਲੇ ਕਹਿੰਦੇ ਹੁੰਦੇ ਸੀ ਇੱਕ ਇਹੋ ਜਿਹੀ ਔਲਾਦ ਹੁੰਦੀ ਹੈ, ਇੱਕ ਬੜੀ ਚੰਗੀ ਹੁੰਦੀ ਹੈ। ਕਿਵੇਂ? ਕਹਿੰਦੇ ਮਰਾਸੀਆਂ ਦੇ ਘਰ ਦੇ ਵਿੱਚ ਕੋਈ ਪੁੱਤਰ ਨਾ ਹੋਇਆ। ਮਰਾਸੀਆਂ ਦੇ ਘਰ ਦੇ ਵਿੱਚ ਉਹ ਇੱਕ ਦਿਨ ਕੋਠੇ ਤੇ ਪਏ ਦੋਨੇ ਜਾਣੇ। ਉਹ ਕਹਿੰਦੀ ਵੀ ਜੇ ਆਪਣੇ ਘਰ ਦੇ ਵਿੱਚ ਪੁੱਤਰ ਹੋ ਗਿਆ ਤੇ ਆਪਾਂ ਉਹਨੂੰ ਕਿੱਥੇ ਪਾਵਾਂਗੇ? ਮੰਜਾ ਤਾਂ ਆਪਣਾ ਇੱਕੋ ਹੀ ਹੈ ਤੇ ਕੋਠਾ ਵੀ ਇੱਕੋ ਹੀ ਹੈ। ਉਹਨੇ ਪਏ ਨੇ ਥੋੜਾ ਜਿਹਾ ਪਾਸਾ ਮਾਰਿਆ, ਕਹਿੰਦਾ ਇੱਥੇ ਪਾ ਲਾਂਗੇ। ਉਹ ਕਹਿੰਦੀ ਚਲੋ ਜੇ ਗੁਰੂ ਨਾਨਕ ਨੇ ਹੋਰ ਕਿਰਪਾ ਕਰਤੀ, ਇੱਕ ਹੋਰ ਪੁੱਤਰ ਹੋ ਗਿਆ, ਉਹਨੂੰ ਆਪਾਂ ਕਿੱਥੇ ਪਾਵਾਂਗੇ? ਉਹਨੇ ਪਏ ਨੇ ਹੋਰ ਪਾਸਾ, ਹਜੇ ਹੋਇਆ ਨਹੀਂ ਪੁੱਤਰ। ਉਹਨੇ ਮਾੜਾ ਜਿਹਾ ਪਾਸਾ ਹੋਰ ਮਾਰਿਆ, ਉਹ ਕਹਿੰਦਾ ਇੱਥੇ ਪਾ ਲਾਂਗੇ ਵਿਚਾਲੇ ਉਹਨੂੰ, ਫੇਰ ਕੀ ਕਰਨਾ। ਚਲੋ ਗੱਲਾਂ ਕਰਦਿਆਂ ਉਹ ਕਹਿਣ ਲੱਗੀ ਜੇ ਬਾਹਲਾ ਹੀ ਗੁਰੂ ਨਾਨਕ ਖੁਸ਼ ਹੋ ਗਿਆ, ਇੱਕ ਪੁੱਤਰ ਹੋਰ ਦੇਤਾ, ਉਹਨੂੰ ਕਿੱਥੇ ਪਾਵਾਂਗੇ? ਜਮਾ ਮੰਜੇ ਦੀ ਬਾਹੀ ਦੇ ਉੱਤੇ ਚਲਿਆ ਗਿਆ। ਪਾਸਾ ਮਾਰ ਲੱਗਿਆ, ਦੌੜ ਦੇਣੇ ਥੱਲੇ ਡਿੱਗ ਪਿਆ। ਡਿੱਗਦੇ ਦਾ ਟੂਹਾ ਟੁੱਟ ਗਿਆ। ਕੋਲ ਦੀ ਕੋਈ ਲੰਘਿਆ ਜਾਂਦਾ ਸੀ ਸਿਆਣਾ ਪੁਰਸ਼, ਭਾਈ ਬਲਵੀਰ ਸਿੰਘ ਵਰਗਾ। ਉਹ ਕਹਿੰਦਾ ਕੀ ਹੋ ਗਿਆ? ਕਹਿੰਦਾ ਹੋਣਾ ਕੀ ਹੈ, ਅਣਹੋਈ ਲਾਦ ਨੇ ਢੂਹੀ ਤੋੜਤੀ। ਬੋਲੋ ਸਤਨਾਮ। ਇਹ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਲਾਇਕ ਹੋਵੇ, ਚੰਗੀ ਹੋਵੇ, ਚੰਗੇ ਭਗਤ ਆ। ਦੇਖੋ ਇਹ ਤੇ ਅਰਜ਼ ਕਰਦਾ ਮੈਂ ਵੀ ਆਪਾਂ ਸਾਰੇ ਲਾਇਕ ਪੁੱਤਰ ਬਣ ਕੇ ਗੁਰੂ ਨਾਨਕ ਜੀ ਘਰ ਦੀਆਂ ਖੁਸ਼ੀਆਂ ਲੈਂਦੇ ਆ। ਇੱਕ ਦਿਨ ਰਹਿ ਗਿਆ ਬਈ ਹੁਣ ਆਲਸ ਜੀ ਨਾ ਕਰਿਓ ਤੇ ਜ਼ਰੂਰ ਕਿਰਪਾ ਕਰਕੇ ਕੱਲ ਦਾ ਦਿਨ ਹੈ, ਜਿਹੜੀਆਂ ਹਾਜ਼ਰੀਆਂ ਭਰਿਓ। ਇਤਕੀ ਤਾਂ ਮੈਂ ਦੇਖਦਾ ਰਿਹਾ, ਵੈਸੇ ਜਿਹੜੀਆਂ ਪਹਿਲੀਆਂ ਪਰਵਾਰ ਫੇਰੀਆਂ ਸੀ ਭਾਈ ਬਲਦੀਪ, ਦੇਖਿਆ ਸਾਨੂੰ ਕਿੰਨਾ ਇਕੱਠ ਸੀ ਨਾ ਜਦੋਂ ਆਪਾਂ ਉੱਧਰ ਨੂੰ ਜਾਂਦੇ ਸੀ। ਪਤਾ ਨਹੀਂ ਤੁਹਾਡੇ ਵਾਲੇ ਮੁਹੱਲੇ ਵਾਲੇ ਨਹੀਂ ਆਏ ਇੱਧਰ। ਬੋਲੋ ਸਤਨਾਮ। ਉਹਨਾਂ ਨੂੰ ਆਇਆ ਹੋ ਗਿਆ ਹੁਣ ਇੱਧਰ ਤਾਂ ਅੱਗੇ ਬਾਬੇ ਦੇ ਨਾਲ ਆਪਾਂ ਰਲ ਜਾਂਦੇ ਸੀ। ਮੈਨੂੰ ਕੱਲ ਕਿਹਾ ਵੀ ਸੀ ਕਿਸੇ ਨੇ ਇਹ ਗੱਲ ਆਖੀ ਸੀ ਕੱਲ ਮੈਨੂੰ, ਕਹਿੰਦੇ ਵੀ ਉਧਰੋਂ ਤੁਸੀਂ ਜਦੋਂ ਉੱਧਰ ਨੂੰ ਜਾਂਦੇ ਹੋ ਨਾਲ ਰਲ ਜਾਂਦੇ ਨੇ। ਪਰ ਫਿਰ ਵੀ ਚਲੋ ਭਾਈ ਪ੍ਰੇਮ ਸਿੰਘ ਜੀ ਉਧਰੋਂ, ਮਾਤਾ ਜੀ ਸਾਡੇ ਭਾਈ ਮਹਿੰਦਰ ਸਿੰਘ ਭੈਣੀ ਵਾਲੇ, ਉਹਨਾਂ ਦੇ ਭੈਣ ਨਿਰਮਲ ਕੌਰ, ਪਤਾ ਨਹੀਂ ਉਹ ਤਾਂ ਆਏ ਆਪਾਂ ਉਹਨਾਂ ਦੇ ਗਏ ਸੀ। ਬੋਲੋ ਸਤਨਾਮ। ਆਪਾਂ ਉਹਨਾਂ ਦੇ ਗਏ ਸੀ ਨਾ, ਉਹਨਾਂ ਨੂੰ ਆਇਆ ਹੋ ਗਿਆ ਵੀ ਜੇ ਨਾ ਗਏ ਬਾਬਾ ਦੇਖਦਾ ਰਹਿੰਦਾ ਹੁੰਦਾ ਸਾਰਿਆਂ ਦੇ। ਬਾਕੀ ਦੂਜਾ ਅਸੀਂ ਇਹਦੇ ਵਿੱਚ ਕੈਦ ਕਰੀ ਜਾਂਦੇ, ਦੇਖੀ ਜਾਂਦੇ ਵੀ ਅਸੀਂ ਦੇਖਦੇ ਨੇ ਵੀ ਕਿਹੜੇ ਕਿਹੜੇ ਆਏ ਨੇ, ਕਿਹਨਾਂ ਨੇ ਹਾਜ਼ਰੀ ਭਰੀ ਹੈ। ਬਾਕੀ ਗੁਰੂ ਨਾਨਕ ਦਾ ਰਜਿਸਟਰ ਵੱਡਾ, ਉਹਦੇ ਤੇ ਸਾਰਿਆਂ ਦੀ ਹਾਜ਼ਰੀ ਲੱਗਦੀ ਹੈ। ਬੋਲੋ ਸਤਨਾਮ। ਆਓ ਗਿਆ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਪਰਥਾਈ ਕੋਈ ਧਾਰਨਾ ਪੜ੍ਹ ਕੇ ਆਪਾਂ ਆਨੰਦ ਸਾਹਿਬ ਪੜ੍ਹੀਏ। ਫਿਰ ਅਰਦਾਸ ਬੇਨਤੀ ਮਗਾਲਾ ਦੀ ਗਈ ਸੀ। कहते किसी ने चक लिया मुझे, प्रेम से जा भी तू देगी चक के लिया।
ਇੱਕ ਨਾਲ ਹੋਰ ਲੈ ਜਾ ਸਿੰਘ। ਇੱਥੇ ਅਰਦਾਸ ਬੇਨਤੀ ਕਰਾਂਗੇ ਆਪਾਂ, ਪਿਆਰ ਦੇ ਵਿੱਚ ਆ ਕੇ ਸਾਰੇ ਬੋਲਣ ਦੀ ਕਿਰਪਾਲਤਾ ਕਰਿਓ। ਬਈ ਉਹ ਸੰਤ ਸਾਹਿਬ ਦੇ ਆਉਣ ਦੀ, ਗੁਰੂ ਨਾਨਕ ਸਾਹਿਬ ਦੇ ਆਉਣ ਦੀ, ਕਹਿੰਦੇ ਉਦੋਂ ਪਹਿਲਾਂ ਲੋਕ ਕਿਹੋ ਜਿਹੇ ਸੀ। ਗੁਰੂ ਨਾਨਕ ਦੇ ਆਉਣ ਦੀ ਤੁਸੀਂ ਸੁਣੋ ਕਹਾਣੀ। अपने मैच थक गए क्योंकि आप क्या बोलते हैं मैच भी थक गए तो बच्चों अज का तो कल का दिन है मुफ्त याद सकते हो मुफ्त याद दुनिया के लोग मंगते याद कर हाँ यार दुनिया हो गया बड़ी रौनक बची थी संगत अमृत वेले 3 बजे राह भरे आते होंगे इस तरह संगत पवे गुरु नानक सच्चे पातशाह महाराज जी साढ़े वास्ते अज की कल की रात्रि आ रही है ना अगर साढ़े को दिन के 3-3 4-4 प्रोग्राम होंगे पर अभी इस करके जवाब दिता है कि साढ़े घर के समागम है इतने समागम रखा हुआ है कि तुम चले गए लेट हो गए तो फिर संगत कहूगी अज तुम लेट क्यों हो। तो दयालपुरा भाई का पत्ते को पै जाता है भाई उत्ते के नाल ही दयालपुरा उत्थे हुंदा है इधर राजगढ़ पिंड है बरनाले के कोले उत्थे समागम होंदा है। ये रात्रि की रहन सवाई होंदी है उत्थे बाबे खीर बनाते होंगे पूर्णमासी वाली रात को कोई भी बीमारी हो गए वो खीर बना के छकाते हैं वहाँ पर सारी रात बाहर खीर बनती है वो दुनिया अपनी चंद्रमा की किरणा किसी भी बीमारी का वो जो इलाज करते हैं बाबे उत्थे साड़ी हाजरी होंगी है पर अभी उन्होंने जवाब दिता कि ये रात्रि का एक भागा वाली होंगी है कल की जी रात्रि आ रही है 12 बजे धन गुरु नानक का पावन के तरागमन गुरु होया तो बद करके संगतां ने हाजरियां भरनियां आपो अपने घरों में दीपमाला जरूर करनी है तो नाल ये पढ़ते रहो गुरु नानक दे आउण दी खुशी सुनो
ਪੜਾਅ ਵਾਲੀਆਂ ਸੰਗਤਾਂ ਦਾ ਸਾਰਿਆਂ ਦਾ ਹੀ ਧੰਨਵਾਦ। ਨਾ ਬਾਅਦ ਵਿੱਚ ਬੋਲ ਜਾਗੇ, ਕਹਿੰਦੇ ਜੇ ਕਿਸੇ ਦਾ ਨਾਂ ਰਹਿ ਗਿਆ ਕਹਿੰਦੇ ਕੋਈ ਗੁੱਸੇ ਨਾ ਹੋ ਜਾਏ। ਆਪਾਂ ਕਿਸੇ ਨੂੰ ਵੀ ਨਹੀਂ ਗੁੱਸੇ ਕਰਨਾ, ਸਾਰਿਆਂ ਨੂੰ ਖੁਸ਼ ਰੱਖਣਾ। ਬੋਲੋ ਸਤਿਨਾਮ। ਆਵਾਜ਼ਾਂ ਤਾਂ ਹੀ ਫੜਿਆ ਕਿ ਹਰ ਇੱਕ ਦਾ ਮਨ ਖੁਸ਼ ਹੋ। ਜੇ ਕੋਈ ਉਹੀ ਚਲੋ ਮਨ ਵਿੱਚ ਕੋਈ ਦੁਆਇਤ ਭਾਵਨਾ ਉਹਦੀ ਤਾਂ ਗੱਲ ਵੱਖਰੀ ਰਹੀ। ਜੇ ਹੁਣ ਇੰਨਾ ਕੁਝ ਸੁਣ ਕੇ ਵੀ ਖੁਸ਼ ਨਾ ਹੋਇਆ ਫੇਰ ਨਹੀਂ ਖੁਸ਼ ਹੋ ਸਕਦਾ। ਬੋਲੋ ਸਤਿਨਾਮ। ਕਹਿੰਦੇ ਭਗਵਾਨ ਕ੍ਰਿਸ਼ਨ ਉਹ ਸ਼ਿਵਜੀ ਮਹਾਰਾਜ ਕਹਿੰਦੇ ਆਪਾਂ ਦੁਨੀਆ ਨੂੰ ਖੁਸ਼ ਕਰੀਏ। ਪਾਰਵਤੀ ਕਹਿੰਦੀ ਚਲੋ ਚੱਲੀਏ। ਕਹਿੰਦੇ ਉਹਨਾਂ ਨੇ ਨੰਦੀ ਬਲਦ ਲੈ ਲਿਆ। ਸ਼ਿਵਜੀ ਭਗਵਾਨ ਇੱਕ ਪਾਸੇ ਹੋ ਗਏ, ਇੱਕ ਪਾਸੇ ਮਾਤਾ ਪਾਰਵਤੀ ਹੋ ਗਈ, ਵਿਚਾਲੇ ਬਲਦ ਨੂੰ ਕਰ ਲਿਆ। ਉਹ ਤੁਰਿਆ ਜਾਂਦਾ। ਹੁਣ ਬੈਠੇ ਨੇ ਅੱਗੇ ਲੋਕ, ਉਹ ਟਰਾਂਸਪੋਰਟ ਸੌਦਾ। ਉਹ ਕਹਿਣ ਲੱਗੇ ਦੇਖੋ ਕਿੱਡੇ ਮੂਰਖ ਨੇ, ਇਹ ਸਵਾਰੀ ਚੜ੍ਹਨ ਵਾਸਤੇ ਮਿਲੀ ਹੈ, ਇਹ ਤੋਰੀ ਜਾਂਦੇ ਨੇ। ਸ਼ਿਵਜੀ ਕਹਿਣ ਲੱਗੇ ਲੈ ਕਰ ਲਾ ਕੁਛ। ਕਹਿੰਦੇ ਚੰਗਾ ਕਰ ਤੂੰ ਬਹਿ ਜਾ। ਪਾਰਵਤੀ ਨੂੰ ਬਿਠਾ ਲਿਆ, ਆਪ ਮੂਰੇ ਮੂਰੇ ਹੋ ਕੇ ਤੁਰ ਕੇ। ਕਹਿੰਦੇ ਦੇਖੋ ਕਿੱਡਾ ਪਾਗਲ ਹੈ, ਜਨਾਨੀ ਦੀ ਸੇਵਾ ਕਰਦਾ ਜਾਂਦਾ। ਬੋਲੋ ਸਤਿਨਾਮ। ਉਹ ਕਹਿਣ ਲੱਗੇ ਕਿਉਂ ਕਰਨਾ ਕੁਛ? ਉਹ ਕਹਿਣ ਲੱਗੀ ਨਹੀਂ ਕਰਕੇ ਮੁੜਨਾ, ਕੁਝ ਮਰਜ਼ੀ ਹੋ ਜਾਏ। ਚੰਗਾ ਕਹਿੰਦੀ ਹੁਣ ਮੈਨੂੰ ਫੜਾ ਰੱਸੀ। ਇਹਦੀ ਮੂਰੇ ਉਹ ਆਪ ਤੁਰ ਪਈ, ਸ਼ਿਵਜੀ ਨੂੰ ਉੱਤੇ ਬਿਠਾ ਲਿਆ। ਕਹਿੰਦਾ ਕਿੱਡਾ ਮੂਰਖ ਹੈ, ਜਨਾਨੀ ਤੋਂ ਸੇਵਾ ਕਰਾਉਂਦਾ ਜਾਂਦਾ। ਬੋਲੋ ਸਤਿਨਾਮ। ਉਹ ਕਹਿਣ ਲੱਗੇ ਕਿਉਂ, ਪਹਿਲਾਂ ਮੈਂ ਤੇਰੀ ਸੇਵਾ ਕਰਦਾ, ਹੁਣ ਤੂੰ ਕਿਉਂ? ਹੁਣ ਕਹਿੰਦੀ ਚੱਲ ਦੋਨੇ ਹੀ ਬਹਿ ਜਾਂਦੇ। ਦੋਨੇ ਹੀ ਬਹਿ ਗਏ ਬਲਦ ਦੇ ਉੱਤੇ। ਬਲਦ ਤੁਰਿਆ ਜਾਂਦਾ। ਕਹਿੰਦੇ ਉਹ ਜਾਂਦੇ ਜਾਂਦੇ ਅੱਗੇ ਹੋਰ ਬੈਠੇ ਸੀ 5-10। ਕਹਿੰਦੇ ਦੇਖੋ ਕਿੱਡੇ ਮੂਰਖ ਨੇ, ਜੇ ਹੁਣ ਰੱਬ ਨੇ ਸਵਾਰੀ ਦੇਤੀ ਮਾਰਨੀ ਥੋੜੀ ਹੈ ਇਹ। ਬੋਲੋ ਸਤਿਨਾਮ। ਦੋਨੇ ਕਿਵੇਂ ਚੌੜੇ ਹੋਏ ਬੈਠੇ ਜਾਂਦੇ ਨੇ। ਇਹ ਕਰਕੇ ਦਾਤੀ ਦੇ ਇੱਕ ਪਾਸੇ ਦੰਦੇ, ਜਗ ਸੰਸਾਰ ਦੇ ਚਲੋ ਦੋ ਪਾਸੇ ਦੰਦੇ ਨੇ। ਭਾਈ ਮਹਾਰਾਜ ਕਿਰਪਾ ਕਰੇ, ਜ਼ਰੂਰ ਹਾਜ਼ਰੀਆਂ ਪ੍ਰਵਾਨ ਕਰਿਓ। ਹਾਂ ਬਈ ਬੱਚਿਓ ਹੁਣ ਚਲੋ, ਅੱਜ ਉੱਧਰ ਤਾਂ ਆਪਣਾ ਜ਼ੋਰ ਨਹੀਂ ਲੱਗਿਆ, ਇੱਥੇ ਲਾ ਦਿਓ ਜ਼ੋਰ। ਸੁਕਾਰੇ ਛੱਡ ਦੀਏ ਕਿਰਾਂ ਜਿਹੜੀ ਆ, ਲਾ ਦੀਏ ਕੱਪੜੇ ਕੁੱਪੜੇ ਵੱਜ ਕੇ ਸਾਰੇ ਜੁਕਾਰਾ ਛੱਡਣ ਦੀ ਕਿਰਪਾ। 5 ਜਕਾਰਾਂ ਦੇ ਵਿੱਚ ਆਵਾਜ਼ ਦੇ ਕੇ ਫੇਰ ਸਾਡੀ ਬਾਣੀ ਵਿੱਚ ਜੁੜਨਾ। ਬੋਲੇ ਬਹੁਤ ਧੰਨਵਾਦ ਸੰਗਤ ਦਾ ਭਾਈ। ਇਸੇ ਤਰ੍ਹਾਂ ਕੱਲ ਦਾ ਦਿਨ ਰਹਿ ਗਿਆ ਇੱਕ ਬਸ। ਉਹ ਮੈਂ ਇਹ ਨਹੀਂ ਕਹਿੰਦਾ ਵੀ ਉਹ ਪ੍ਰਭਾਤ ਫੇਰੀ ਦਾ, ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਆਗਮਨ ਪੁਰਬ ਦਾ ਦਿਨ। ਭਾਈ ਪਾਲਾ ਸਿੰਘ ਜੀ ਉਹ ਵੀ ਆਏ ਨੇ ਇੱਥੇ ਸੰਗਤ ਵਿੱਚ। ਭਾਈ ਸੋਨੂ ਸਿੰਘ ਦੇ ਘਰ ਉਦੋਂ ਜਦੋਂ ਦੇਖਿਆ ਸਮਾਪਤੀ ਵੇਲੇ ਉਹ ਆ ਰਹੇ ਸੀ ਪਿੱਛੇ, ਹੈਗਾ ਹਾਂ, ਉਹਨਾਂ ਦਾ ਧੰਨਵਾਦ। ਕੱਲ ਉਹਨਾਂ ਦੇ ਘਰ ਆ, ਇੱਥੇ ਨੇੜੇ ਹੀ ਆ, ਬਸ ਉੱਥੇ ਜਾ ਕੇ ਗੇੜਾ ਕੱਢ ਕੇ ਆਪਾਂ ਫੇਰ ਆ ਕੇ ਗੁਰਦੁਆਰਾ ਸਾਹਿਬ ਸਮਾਪਤੀ ਕਰਨੀ। ਭੋਗ ਪੈਣੇ ਨੇ ਤੇ ਨਾਲ ਨਾਲ ਜਲੇਬੀਆਂ ਦਾ ਭੰਡਾਰਾ ਚੱਲਣਾ ਹੈ। ਭਾਈ ਬੰਦੀ ਸਿੰਘ ਜੀ ਹਲਵਾਈ, ਉਹਨਾਂ ਨੇ ਸੇਵਾ ਕਰਨੀ ਆ। ਸੰਗਤ ਨੇ ਬਹੁਤ ਯੋਗਦਾਨ ਪਾਇਆ ਹੈ। ਮਹਾਰਾਜ ਕਿਰਪਾ ਕਰੇ, ਜਿਹੜਾ ਕੋਈ ਮਾੜਾ ਮੋਟਾ ਰਹਿ ਗਿਆ ਉਹ ਅੱਜ ਜ਼ਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ। 10 ਨੋਹਾਂ ਦੀ ਕਿਰਤ ਕਮਾਈ ਜਿਹੜੀ ਆ ਉਹ ਸਫਲੀ ਕਰੋ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਭਾਈ ਦਾਰਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ, ਜਿੱਦੇ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਨੇ ਉਦੇ ਤੋਂ ਲੈ ਕੇ ਫਿਰੇ ਗੁਰਦੁਆਰਾ ਸਾਹਿਬ, ਕਿਉਂਕਿ ਮਾਹੌਲ ਖਰਾਬ ਹੈ, ਅੱਜ ਮਾਹੌਲ ਜ਼ਿਆਦਾ ਖਰਾਬ ਹੈ, ਸਖਤਾਈ ਹੈ। ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਆਪਣੇ ਤਪੇ ਦੇ ਵਿੱਚ ਵੀ ਜਾ ਕੇ ਗੇੜਾ ਮਾਰ ਕੇ ਆਏ ਹੋ। 10 ਵਜੇ ਦਿਨੇ ਜਿੰਦਾ ਲੱਗ ਜਾਂਦਾ ਦਰਬਾਰ ਸਾਹਿਬ ਨੂੰ, ਫਿਰ ਸ਼ਾਮ ਨੂੰ 4 ਵਜੇ ਖੋਲਦੇ ਜੀ, ਕਿਉਂਕਿ ਪਤਾ ਹੀ ਨਹੀਂ ਕਿਹੋ ਜਿਹਾ ਅਨਸਰ ਆ ਜੇ। ਕਈ ਵਾਰੀ ਕੋਈ ਸ਼ਰਧਾ ਵਾਲਾ ਹੁੰਦਾ ਹੈ ਤੇ ਕਈ ਵਾਰੀ ਕੋਈ ਦੂਜਾ ਹੁੰਦਾ ਹੈ। ਅਗਲਾ ਕਹਿੰਦਾ ਵੀ ਕੇਰਾਂ ਕਰ ਦਿਓ ਤੇ ਬਾਬੇ ਦੇ ਗਲ 'ਚ ਸਾਫਾ ਪਾ ਕੇ ਆਪੇ ਪੁਲਿਸ ਲੈ ਜੂਗੀ। ਬੋਲੋ ਸਤਿਨਾਮ। ਇਹੋ ਜਿਹੇ ਵੀ ਬਹੁਤ ਹੁੰਦੇ ਨੇ।
ਪਰ ਆਪਾਂ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਸਖਤਾਈ ਦੇ ਨਾਲ ਪਹਿਰਾ ਦਿੱਤਾ ਬੈਠ ਕੇ। ਤੇ ਬਾਬਾ ਦਰਸ਼ਨ ਸਿੰਘ ਜੀ ਸਾਡੇ ਚਾਚਾ ਜੀ, ਉਹਨਾਂ ਦਾ ਵੀ ਧੰਨਵਾਦ। ਬਹੁਤ ਬਹੁਤ ਸਾਰੀਆਂ ਸੰਗਤਾਂ ਦੀ ਧੰਨਵਾਦ। ਰਾਮ ਕਲੀ ਮਹਲਾ ਤੀਜਾ। नंद को ओंकार सतगुर प्रसाद, नंद पया मेवाए सतगुरु में पाया। राज तन परवार दुनिया सब दुनिया सतगुरु में पाया। रारो तुमने मेरे करना चारों करे तेरा अगला तुम रखुआं की शोकना विसारे। बात साहिबा क्या नहीं करते रहे तो पावे बता विसरा तेरी नाम निसावे नाम निदमन सिया। नानक की साहिबा क्या नहीं करते रहे सच्चा मेरा नजारू। Gurupa